तो फिर जो इंसान चंगा भला इंसान होंदा है, सानू पता लगता है कि यार बड़ा नफीस है, बड़ा ईमानदार है, बड़ा मेहनती है, लेकिन अगले दिन खबर लगती है अखबार के विच पुलिस मुलाजमां दे विच घर खड़ा होंदा, पता होंदा जी कि इहने 10 साल की बच्ची का रेप करता। फिर वो मनुख की वो मनुख किहो जिहा हुंदा, वो कित्थों पनपदा जी, वो चीज़ कित्थों आउंदी है? ਹੁਣ ਲੂਸੀਫਰ ਦੀ ਬਾਕਾਇਦਾ ਇੱਕ ਚਰਚ ਹੈ ਜਿੱਥੇ ਇਬਾਦਤ ਕੀਤੀ ਜਾਂਦੀ ਹੈ, ਜਿੱਥੇ ਪੂਜਾ ਕੀਤੀ ਜਾਂਦੀ ਹੈ, शैतान की पूजा जी। ਸ਼ੈਤਾਨ ਦੀ ਪੂਜਾ ਕੀਤੀ ਜਾਂਦੀ ਹੈ। ਜਿਹੜੇ ਅੱਛੇ ਲੋਕ ਹੁੰਦੇ ਹਨ, ਅੱਛਾਈ ਦੀ ਇਹ ਹੈ ਕਿ ਉਹ ਮੁਹੱਬਤ ਕਰਦੇ ਹਨ, ਪਿਆਰ ਕਰਦੇ ਹਨ, ਉਹਨਾਂ 'ਚ ਤਕਵਾ ਹੁੰਦਾ ਹੈ, ਉਹਨਾਂ 'ਚ ਫੇਥ ਹੁੰਦਾ ਹੈ, ਬਿਲੀਫ ਹੁੰਦੀ ਹੈ, ਉਹਨਾਂ 'ਚ ਈਮਾਨਦਾਰੀ ਹੁੰਦੀ ਹੈ ਕਿ ਇਹ ਪੂਰੀ ਦੁਨੀਆ ਦਾ ਜੋ ਹੈ ਇਹ ਚਾਹੁੰਦੇ ਹਨ ਵਨ ਵਰਲਡ ਆਰਡਰ, ਕਿ ਇੱਕ ਹੀ ਜੋ ਹੈ कोई ग्रुप कोई इंसान जो है पूरी दुनिया ਨੂੰ ਚਲਾਵੇ। ਕਿਸੇ ਸਿਚੁਏਸ਼ਨ ਦੇ ਜਿਹੜੇ ਹਾਲਾਤ ਨੇ ਉਹ ਬੰਦੇ ਨੂੰ ਇਸ ਕਦਰ ਤੋੜ ਦਿੰਦੇ ਨੇ। ਅਬਿਊਜ਼ ਕਰਨ ਨਾਲ ਇਹ ਹੋਇਆ ਕਿ 36 ਘੰਟੇ ਬਾਅਦ ਮਾਹੌਲ ਇੰਨਾ ਸੀਰੀਅਸ ਹੋ ਗਿਆ, ਇੰਨਾ ਜ਼ਿਆਦਾ ਸੀਰੀਅਸ ਹੋ ਗਿਆ ਕਿ ਉਹਨਾਂ ਨੇ ਕ੍ਰਾਈ ਕਰਨ ਲੱਗੇ, ਚੀਕਾਂ ਮਾਰਨ ਲੱਗੇ ਔਰ ਉਸ ਤੋਂ ਇਲਾਵਾ ਉਸ ਨੂੰ ਗਾਲੀਆਂ ਨਿਕਾਲਣ ਲੱਗੇ ਗਾਰਡਸ ਨੂੰ ਕਿ ਸਾਨੂੰ ਤੁਸੀਂ ਕੁਝ ਬੱਚੇ ਦੇਵੋ, ਔਰ ਉਹ ਬੱਚਿਆਂ ਨੂੰ ਜਿਸ ਨੂੰ ਕਹੋਗੇ ਡਾਕਟਰ ਬਣਾਉਣਾ ਮੈਂ ਡਾਕਟਰ ਬਣਾ ਦਾਂਗਾ, ਜਿਸ ਨੂੰ ਮੈਂ ਡਾਕੂ ਕਹੋਗੇ ਡਾਕੂ ਬਣਾ ਦਾਂਗਾ, ਜਿਸ ਨੂੰ ਮੈਂ ਵਕੀਲ ਕਹੋਗੇ ਵਕੀਲ ਬਣਾ ਦਾਂਗਾ। ਉਸਨੇ ਇਹ ਰਿਜ਼ਲਟਸ ਕੱਢੇ ਇਸ ਐਕਸਪੈਰੀਮੈਂਟ ਤੋਂ ਕਿ ਇਨਸਾਨ ਜੋ ਹੈ ਕਿ ਅੱਛੇ ਕੰਮ ਕਰਦਾ ਕਰਦਾ, ਨਾਰਮਲ ਕੰਮ ਕਰਦਾ ਕਰਦਾ ਜੋ ਹੈ ਬੁਰੇ ਕੰਮਾਂ ਦੀ ਤਰਫ ਚਲਾ ਜਾਂਦਾ ਹੈ। ਤੇ ਫਿਰ ਉਹਦੇ ਕਾਰਨ ਕੀ ਲੱਭਿਆ? ਲੂਸੀਫਰ ਇਫੈਕਟ ਉਹਨੇ ਦਿੱਤਾ, ਲੇਕਿਨ ਉਹਦੇ ਪਿੱਛੇ ਕਾਰਨ ਕੀ ਲੱਭਿਆ ਜੀ? ਉਹਨਾਂ ਨੇ ਕੁਝ ਕਾਰਨ ਹੈ ਇਹਦਾ ਬਣਦਾ? ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਡੇ ਲਈ ਬੜਾ ਹੀ ਨਵੇਕਲਾ ਇੱਕ ਵਿਸ਼ਾ ਅਸੀਂ ਲੈ ਕੇ ਹਾਜ਼ਰ ਹੋਇਆ। ਉਹ ਵਿਸ਼ਾ ਹੈ ਕਿ ਇਨਸਾਨ, ਇੱਕ ਚੰਗਾ ਭਲਾ ਇਨਸਾਨ, ਆਮ ਜ਼ਿੰਦਗੀ ਜਿਉਂਦਾ ਇਨਸਾਨ ਬੁਰਾਈ ਵੱਲ ਕਿਉਂ ਹੋ ਜਾਂਦਾ ਹੈ, ਕਿਉਂ ਉਹ ਸਾਨੂੰ ਇਹੋ ਪਤਾ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਉਸ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ, ਉਸ ਮਾਮਲੇ ਦੇ ਵਿੱਚ ਉਸ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ, ਜਾਂ ਉਸਨੇ ਆਹ ਕਾਂਡ ਕਰ ਦਿੱਤਾ ਜਾਂ ਉਹ ਕਾਂਡ ਕਰ ਦਿੱਤਾ। ਬੁਰੇ ਕੰਮਾਂ ਦਾ, ਜਿਸ ਚੀਜ਼ ਦਾ ਕਦੇ ਖਿਆਲ ਵੀ ਨਹੀਂ ਕੀਤਾ ਹੁੰਦਾ ਕਿ ਇਹ ਇਨਸਾਨ ਇਹ ਹੱਦਾਂ ਪਾਰ ਕਰ ਸਕਦਾ, ਉਹ ਪਾਰ ਕਰ ਜਾਂਦਾ ਹੈ। ਅਜਿਹਾ ਕੀ ਹੁੰਦਾ ਹੈ, ਉਸ ਪਿੱਛੇ ਕੀ ਲੌਜਿਕ ਹੁੰਦੇ ਨੇ, ਉਸ ਪਿੱਛੇ ਦੀ ਜਿਹੜੀ ਵਿਗਿਆਨ ਹੈ ਉਹ ਕੀ ਕਹਿੰਦੀ ਹੈ? ਇਸ ਸਾਰੇ ਮਾਮਲੇ ਦੇ ਉੱਤੇ ਅੱਜ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਫਾਰੂਕੀ ਹੋਰਾਂ ਕੋਲ, ਜਿਹੜੇ ਕਿ ਮਨੋਵਿਗਿਆਨ ਵਿਭਾਗ ਦੇ ਮੁਖੀ ਨੇ। ਗੌਰਮੈਂਟ ਕਾਲਜ ਮਲੇਰਕੋਟਲਾ ਦੇ ਵਿੱਚ ਵਾਈਸ ਪ੍ਰਿੰਸੀਪਲ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਵੀ ਨਿਭਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਪਿੱਛੇ ਕੀ ਮਾਨਸਿਕਤਾ ਹੁੰਦੀ ਹੈ ਕਿ ਚੰਗਾ ਭਲਾ ਇਨਸਾਨ ਬੁਰਾਈਆਂ ਵੱਲ ਨੂੰ ਪੈ ਜਾਂਦਾ ਹੈ। ਪਿਛਲੇ ਦਿਨੀ ਉਹਨਾਂ ਦੀ ਵੀਡੀਓਜ਼ ਪਾਈਆਂ ਨੇ ਜਿਹੜੀਆਂ ਕਿ ਬਹੁਤ ਮਕਬੂਲ ਹੋਈਆਂ ਨੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਖਾਸ ਕਰਕੇ ਦੋ ਮੁਲਕਾਂ ਦੇ ਵਿੱਚ ਕਾਫੀ ਪਸੰਦ ਕੀਤੀਆਂ ਗਈਆਂ ਨੇ। ਜੋ ਪਿਛਲੇ ਦਿਨੀ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਹੋਰਾਂ ਨਾਲ ਗੱਲਬਾਤ ਕੀਤੀ ਹੈ ਮਨ ਦੇ ਵਿਗਿਆਨ ਦੇ ਉੱਤੇ ਜੋ ਗੱਲਾਂ ਬਾਤਾਂ ਹੋਈਆਂ ਨੇ। ਇੱਕ ਵਾਰ ਫਿਰ ਤੁਹਾਡੇ ਨਾਲ ਅਸੀਂ ਹਾਜ਼ਰੀ ਲਵਾ ਦਿੰਦੇ ਹਾਂ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਹੋਰਾਂ ਦੀ। ਡਾਕਟਰ ਸਾਹਿਬ, ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ। ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਇਸ ਤੋਂ ਪਹਿਲਾਂ ਜੋ ਵੀ ਵੀਡੀਓਜ਼ ਹਕੀਕਤ ਟੀਵੀ ਦੇ ਜ਼ਰੀਏ ਹੋਈਆਂ ਨੇ ਔਰ ਉਸ ਦੇ ਵਿੱਚ ਬਹੁਤ ਹੀ ਸਰੋਤਿਆਂ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ, ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਸਰੋਤਿਆਂ ਦਾ ਜਿਨ੍ਹਾਂ ਨੂੰ ਮੇਰੀਆਂ ਜੋ ਐਪਿਸਟੋਮੋਲੋਜੀ ਦੇ ਨਾਲ ਰਿਲੇਟਡ ਜੋ ਨੌਲੇਜ ਦੇ ਨਾਲ ਗੱਲਾਂ ਸੀਆਂ ਉਹ ਅੱਛੀਆਂ ਲੱਗੀਆਂ। ਮੈਂ ਇਹ ਇੰਨਾ ਜੋਗਰਾ ਤਾਂ ਨਹੀਂ ਹਾਂ, ਲੇਕਿਨ ਕੋਸ਼ਿਸ਼ ਕਰਦਾ ਹਾਂ ਕਿ ਨੌਲੇਜ ਨੂੰ, ਗਿਆਨ ਨੂੰ, ਆਪਣੇ ਇਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਉਸ ਦਾ ਮੈਂ ਆਪ ਦੇ ਸਾਹਮਣੇ ਪੇਸ਼ ਕਰਾਂ। ਔਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਇੱਕ ਸਟੂਡੈਂਟ ਹਾਂ ਸਾਈਕੋਲੋਜੀ ਦਾ, ਐਪਿਸਟੋਮੋਲੋਜੀ ਦਾ, ਅਤੇ ਜਿਸ ਨਾਲ ਕੁਛ ਗੱਲਾਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਔਰ ਜੇ ਤੁਹਾਨੂੰ ਅੱਛੀਆਂ ਲੱਗਦੀਆਂ ਹਨ ਤਾਂ ਤੁਸੀਂ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ। ਇਸ ਨਾਲ ਇਹ ਹੈ ਕਿ ਇਨਸਾਨ ਜੋ ਹੈ ਨੌਲੇਜ ਵੱਧਦੀ ਹੈ, ਔਰ ਜਦੋਂ ਸ਼ੇਅਰ ਕਰਦਾ ਹੈ ਤਾਂ ਇਨਸਾਨ ਦੇ ਦਿਲ ਨੂੰ ਸਕੂਨ ਵੀ ਮਿਲਦਾ ਹੈ। ਜੀ ਜੀ ਜੀ। ਤੇ ਡਾਕਟਰ ਸਾਹਿਬ, ਅੱਜ ਦਾ ਟੌਪਿਕ ਬੜਾ ਨਵੇਕਲਾ ਟੌਪਿਕ ਤੁਸੀਂ ਰੱਖਿਆ ਹੈ ਕਿ ਇਨਸਾਨ ਜਿਹੜਾ ਚੰਗਾ ਭਲਾ ਇਨਸਾਨ, ਇੱਕ ਆਮ ਜ਼ਿੰਦਗੀ ਜਿਉਂਦਾ ਇੱਕ ਪਰਿਵਾਰਿਕ ਬੰਦਾ, ਅਚਾਨਕ ਉਸ ਨੂੰ ਅਜਿਹਾ ਕੀ ਹੋ ਜਾਂਦਾ ਹੈ ਕਿ ਉਹ ਬੁਰਾਈਆਂ ਦੇ ਵਿੱਚ ਮੁਲਵਸ ਹੋ ਜਾਂਦਾ ਹੈ? ਐਕਚੁਅਲੀ ਫਾਰੂਕੀ ਸਾਹਿਬ, ਬਾਤ ਇਹ ਹੈ ਕਿ ਜਦ ਤੋਂ ਦੁਨੀਆ ਕਾਇਮ ਹੋਈ ਹੈ ਉਸ ਸਮੇਂ ਤੋਂ ਹੀ ਅੱਛਾਈ ਤੇ ਬੁਰਾਈ ਜੋ ਹੈ ਉਹ ਲਗਾਤਾਰ ਕੰਟੀਨਿਊ ਇੱਕ ਬਰਾਬਰ ਹੋ ਕੇ ਚੱਲ ਰਹੀ ਹੈ ਜੀ। ਤੁਸੀਂ ਦੁਨੀਆ ਬਣਨ ਤੋਂ ਪਹਿਲਾਂ ਦੇ ਬਾਰੇ ਆਪਾਂ ਦੇਖਦੇ ਹਾਂ, ਬਾਈਬਲਸ ਦੇ ਉੱਤੇ ਦੇ ਵਿੱਚ ਦੇਖੋ ਕਿ ਜਦੋਂ ਖੁਦਾ ਨੇ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਔਰ ਬਣਾਉਣ ਤੋਂ ਬਾਅਦ ਉਸ ਦੇ ਵਿੱਚ ਆਪਣੀ ਸਾਂਸ ਜੋ ਹੈ
ਪਾਈ ਫੂੰਕੀ ਤਾਂ ਉਸ ਨਾਲ ਕੀ ਹੈ ਕਿ ਇਨਸਾਨ ਜਿਹੜਾ ਜਿਸ ਨੂੰ ਅਸੀਂ ਆਦਮ ਕਹਿ ਦਿੰਦੇ ਹਾਂ ਔਰ ਉਹਨੂੰ ਬਾਕਾਇਦਾ ਉਸ ਦੇ ਵਾਸਤੇ ਇੱਕ ਬਾਗੀਚਾ ਬਣਾਇਆ ਜਿਸ ਦਾ ਨਾਮ ਹੇਵਨ ਜੰਨਤ ਕਿਹਾ ਜਾਂਦਾ ਹੈ। ਔਰ ਉਸ ਦੇ ਵਿੱਚ ਹਰ ਤਰ੍ਹਾਂ ਦੇ ਹਰ ਪੇਅਰ ਰੱਖਿਆ, ਜੋੜਾ ਰੱਖਿਆ ਜਾਨਵਰਸ ਦਾ। ਔਰ ਅੱਲਾਹ ਤਾਲਾ ਨੇ ਗੋਡ ਨੇ ਕਿਹਾ ਉਸ ਆਦਮ ਨੂੰ ਕਿ ਜਿੰਨੇ ਵੀ ਇਹ ਜਾਨਵਰਸ ਨੇ ਇਹਨਾਂ ਸਭ ਦੇ ਤੈਨੂੰ ਮੈਂ ਨਾਮ ਸਿਖਾ ਦੇਵਾਂ ਔਰ ਨਾਮ ਸਿਖਾਏ ਉਸਨੂੰ। ਲੇਕਿਨ ਉਸਨੇ ਗੋਡ ਨੇ ਦੇਖਿਆ ਕਿ ਇਸ ਦਾ ਦਿਲ ਨਹੀਂ ਲੱਗ ਰਿਹਾ ਤਾਂ ਉਸਦੀ ਪਸਲੀ ਦੇ ਵਿੱਚੋਂ ਈਵਨ ਨੂੰ ਜੋ ਹੈ ਪੈਦਾ ਕੀਤਾ। ਔਰ ਜਦੋਂ ਸਵੇਰ ਨੂੰ ਆਦਮ ਦੀ ਅੱਖ ਖੁੱਲੀ ਦੇਖਿਆ ਕਿ ਉਸਦੇ ਕੋਲ ਜਿਹੜਾ ਹੈ ਈਵਨ ਸੋ ਰਹੀ ਸੀ, ਉਸਨੇ ਟੱਚ ਕੀਤਾ ਔਰ ਉਹ ਇੱਕਦਮ ਉਸਦੀ ਅੱਖ ਖੁੱਲੀ ਤਾਂ ਉਸ ਨਾਲ ਉਸ ਨੂੰ ਦੇਖ ਕੇ ਖੁਸ਼ ਹੋ ਗਿਆ। ਤਾਂ ਉਸ ਤੋਂ ਇਹ ਹੋਇਆ ਕਿ ਇਨਸਾਨ ਜੋ ਹੈ ਜੋੜਾ ਚਾਹੁੰਦਾ ਸੀ ਕਿ ਮੇਰੇ ਨਾਲ ਕੋਈ ਇਸ ਤਰ੍ਹਾਂ ਦਾ ਹੋਵੇ ਜੋ ਕਿ ਅੱਜ ਦੁਨੀਆ ਜਿਸ ਤਰ੍ਹਾਂ ਚੱਲ ਰਹੀ ਹੈ। ਤਾਂ ਔਰ ਇਹ ਗੋਡ ਨੇ, ਖੁਦਾ ਨੇ ਗੱਲ ਕਹੀ ਕਿ ਇਹ ਜੋ ਬਾਗ ਹੈ ਤੇਰੇ ਵਾਸਤੇ ਮੈਂ ਬਣਾਇਆ ਹੈ ਜਿਸ ਨੂੰ ਅਸੀਂ ਜੰਨਤ ਕਹਿੰਦੇ ਹਾਂ ਕਿ ਇਸ ਦੇ ਵਿੱਚ ਕਿਸੇ ਵੀ ਦਰਖਤ ਤੋਂ ਤੁਸੀਂ ਫਲ ਖਾ ਸਕਦੇ ਹੋ, ਲੇਕਿਨ ਇਹ ਜਿਹੜਾ ਗਿਆਨ ਵਾਲਾ ਫਲ ਦਰਖਤ ਹੈ ਇਸ ਨੂੰ ਤੁਹਾਨੇ ਦਾ ਫਲ ਨਹੀਂ ਖਾਣਾ। ਤਾਂ ਇੱਕ ਦਿਨ ਈਵਨ ਜੋ ਸੀ ਉਹ ਉਸ ਦਰਖਤ ਦੇ ਕੋਲ ਗਈ ਤਾਂ ਉਸ ਨੂੰ ਇੱਕਦਮ ਜੋ ਹੈ ਆਵਾਜ਼ ਆਈ। ਤਾਂ ਆਵਾਜ਼ ਉਹ ਸੱਪ ਦੀ ਆਵਾਜ਼ ਸੀ ਜੋ ਕਿ ਬਾਈਬਲ ਦੇ ਵਿੱਚ ਆਉਂਦਾ ਹੈ ਕਿ ਉਹ ਸੱਪ ਦੀ ਆਵਾਜ਼ ਸੀ। ਉਹ ਸੱਪ ਉਸ ਨੂੰ ਇਹ ਗੱਲ ਕਹਿਣ ਲੱਗਿਆ ਕਿ ਇਹ ਦਰਖਤ ਬਹੁਤ, ਇਹ ਖੁਦਾ ਨੇ ਤੈਨੂੰ, ਗੋਡ ਨੇ, ਤੂੰ ਇਸ ਦਾ ਕਿਉਂ ਨਹੀਂ ਖਾਂਦੀ? ਉਸਨੇ ਕਿਹਾ ਕਿ ਮੈਨੂੰ ਇਹ ਹੁਕਮ ਹੋਇਆ ਹੈ ਆਦਮ ਤੇ ਮੈਨੂੰ ਕਿ ਤੁਹਾਨੇ ਕੋਈ ਵੀ ਦਰਖਤ ਦਾ ਤੁਸੀਂ ਫਲ ਖਾ ਸਕਦੇ ਹੋ ਲੇਕਿਨ ਇਸ ਦਰਖਤ ਦਾ ਤੁਹਾਨੇ ਫਲ ਨਹੀਂ ਖਾਣਾ, ਤੁਸੀਂ ਮਰ ਜਾਓਗੇ। ਤੇ ਉਸਨੇ ਕਿਹਾ ਕਿ ਤੁਸੀਂ ਮਰੋਗੇ ਨਹੀਂ, ਇਹ ਤਾਂ ਇਸ ਕਰਕੇ ਤੈਨੂੰ ਮਨਾ ਕੀਤਾ ਹੈ ਕਿਉਂਕਿ ਇਹ ਗਿਆਨ ਦਾ ਦਰਖਤ ਹੈ। ਅਗਰ ਤੁਹਾਨੂੰ ਅੱਛੇ ਤੇ ਬੁਰੇ ਦਾ ਪਤਾ ਲੱਗ ਗਿਆ, ਤੁਹਾਨੂੰ ਗਿਆਨ ਦਾ, ਤਾਂ ਤੁਸੀਂ ਖੁਦਾ ਦੇ ਬਰਾਬਰ ਹੋ ਜਾਓਗੇ। ਇਸ ਕਰਕੇ ਉਸਨੇ ਤੁਹਾਨੂੰ ਦਰਖਤ ਦੇ ਫਲ ਨੂੰ ਖਾਣ ਨੂੰ ਮਨਾ ਕੀਤਾ ਹੈ। ਤੁਸੀਂ ਇੱਕ ਵਾਰ ਖਾ ਕੇ ਦੇਖੋ ਤਾਂ ਤੁਹਾਨੂੰ ਨੌਲੇਜ ਹੋ ਜਾਏਗੀ ਕਿ ਅੱਛੇ ਤੇ ਬੁਰੇ ਕੀ ਹੁੰਦਾ ਹੈ। ਤਾਂ ਉਹ ਈਵਨ ਨੇ ਉਹ ਜਦੋਂ ਉਸ ਦਾ ਫਲ ਤੋੜ ਕੇ ਖਾਇਆ, ਖਾਣ ਤੋਂ ਬਾਅਦ ਉਸ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਿਆ ਔਰ ਉਸ ਨੂੰ ਅਜੀਬ ਤਰ੍ਹਾਂ ਦੀ ਉਸ ਦੇ ਜਿਸਮ ਦੇ ਵਿੱਚ ਜੋ ਹੈ ਚੇਂਜਿਸ ਆਈਆਂ ਔਰ ਉਸਨੇ ਉਹ ਚੀਜ਼, ਉਹੀ ਫਲ ਆਪਣੇ ਆਦਮ ਨੂੰ ਖਿਲਾਇਆ। ਤਾਂ ਜਦੋਂ ਉਸ ਤੋਂ ਬਾਅਦ ਪਰਮੇਸ਼ਵਰ ਖੁਦਾ ਉਸ ਦੇ ਅੱਗੇ ਆਇਆ ਤਾਂ ਪਰਮੇਸ਼ਵਰ ਦੇ ਆਉਣ ਦੇ ਬਾਅਦ ਉਹ ਲੁੱਗੇ, ਝਾੜੀਆਂ ਦੇ ਵਿੱਚ ਲੁੱਗੇ ਔਰ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਹਾਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਔਰ ਤੁਹਾਨੂੰ ਮੈਂ ਮਨਾ ਕੀਤਾ ਸੀ। ਤਾਂ ਉਹਨਾਂ ਨੇ ਇਲਜ਼ਾਮ ਉਹ ਕਦੇ ਤਾਂ ਸੱਪ 'ਤੇ ਲਗਾ ਰਹੀ ਸੀ, ਕਦੇ ਐਡਮ 'ਤੇ ਲਗਾ ਰਹੀ ਸੀ, ਐਡਮ ਹਵਾ 'ਤੇ ਲਗਾ ਰਿਹਾ ਸੀ ਜਿਸ ਨੂੰ ਈਵਨ ਕਹਿੰਦੇ ਹਨ। ਔਰ ਇਸ ਤਰੀਕੇ ਨਾਲ ਖੁਦਾ ਨੇ ਉਹਨਾਂ ਨੂੰ ਦੁਖੀ ਹੋ ਕੇ ਔਰ ਜ਼ਮੀਨ ਦੇ ਵਿੱਚ ਜੋ ਹੈ ਭੇਜਤਾ। ਔਰ ਲੇਕਿਨ ਇਸ ਦੇ ਪਿੱਛੇ ਜੋ ਫਿਲਾਸਫੀ ਹੈ ਉਹ ਇਹ ਹੈ ਕਿ ਇੱਕ ਕੁਦਰਤ ਨੇ ਇੱਕ ਐਸਾ, ਜੋ ਬਾਈਬਲ ਦੇ ਵਿੱਚ ਆਉਂਦਾ ਹੈ कि एक ऐसा फरिश्ता बनाया था जो कि बहुत ही खूबसूरत, बहुत ही इंटैलीजेंट, बहुत ही विद्वान हैं जिसका नाम और वो मसलन उस जदों जन्नत च बैठदा सी पूरा अपना दीवान लगा के बैठदा सी। उसदे ना उसदे जो दूजे फरिश्ते सी, एंजल सी, वो उसनूं फॉलो करते सन और जो वो एंजल्स नूं जदों कोई प्रॉब्लम आउंदी सी तां उस कोल जिसनूं लूसीफर कहा जाता है और वो लूसीफर के कोल अपनी प्रॉब्लम दसदे सन, उसका हल करता सी और शक्तिशाली सी और उस तो इलावा जो है अकलमंद सी, खूबसूरत बहुत सी क्योंकि खुदा ने उसनूं बहुत अच्छी तरीके नाल बनाया सी। और लेकिन उस दे दिमाग दे विच वही वहम बैठ गया जो उसने ईवन ते हवा दे दिमाग च पाया कि मेरा जो जिन्ने भी फरिश्ते हैं मेरा कहना मनते हैं तो मैं ही क्यों दुश्मन अपना खुदा ना बना। जिस करके वो जदों वो चीज़ फरिश्तियां ने जो खुदा दे ही पक्के सन उन्होंने उन खुदा को कंप्लेन की जाके तो खुदा ने उसनूं भी नाल ईवन दे ਜ਼ਮੀਨ ਦੇ ਵਿੱਚ ਉਤਾਰਤਾ और उसने इस चीज़ की कसम खाधी कि जिस दी खातर मैनू उतारिया गया है और वो मैं इस नूं हमेशा बुराई की तरफ लैके जावांगा। और कुरान दे विच भी इस दे बारे आउंदा है कि जदों अल्लाह ताला ने इंसान नूं बनाया उस दे विच अपनी मिट्टी तो बनाने तो बाद रूह फूकी तो उसनूं कहा सारे फरिश्तियां नूं कि इसनूं सिजदा करो। तो सारे फरिश्तियां ने सिजदा किया लेकिन
ਉਹ ਸ਼ੈਤਾਨ ਨੇ ਜੋ ਹੈ ਸਿਜਦਾ ਕਰਨ ਤੋਂ ਇਨਕਾਰ ਕਰਤਾ। ਉਸਨੇ ਕਿਹਾ ਕਿ ਤੁਸੀਂ ਇਸ ਨੂੰ ਮਿੱਟੀ ਤੋਂ ਬਣਾਇਆ ਹੈ, ਮੈਂ ਜੋ ਹਾਂ ਉਹ ਅੱਗ ਤੋਂ ਬਣਿਆ ਹਾਂ, ਮੈਂ ਔਰ ਅੱਗ ਉੱਪਰ ਨੂੰ ਜਾਂਦੀ ਹੈ, ਮਿੱਟੀ ਨੀਚੇ ਨੂੰ ਜਾਂਦੀ ਹੈ, ਮੈਂ ਇਸ ਕਰਕੇ ਇਸ ਨੂੰ ਸਿਜਦਾ ਨਹੀਂ ਕਰ ਸਕਦਾ। ਤਾਂ ਖੁਦਾ ਨੇ ਉਸ ਨੂੰ ਵੀ ਨਾਲ ਜ਼ਮੀਨ ਦੇ ਜੰਨਤ ਚੋਂ ਕੱਢ ਦਿੱਤਾ ਔਰ ਉਹ ਜੰਨਤ ਤੋਂ ਨਿਕਲਿਆ ਹੋਇਆ ਜੋ ਹੈ ਉਹ ਇੱਕ ਆਪਣੀ ਪੈਰਲਲ ਜੋ ਹੈ ਬੁਰਾਈ ਨੂੰ ਫੈਲਾਉਣ ਦੀ ਖਾਤਰ ਲੱਗਿਆ ਹੋਇਆ ਹੈ। ਇਸੇ ਕਰਕੇ ਜਦ ਤੋਂ ਦੁਨੀਆ ਬਣੀ ਹੈ ਇਹ ਬੁਰਾਈ ਤੇ ਅੱਛਾਈ ਚੱਲਦੀ ਆ ਰਹੀ ਹੈ। ਹੁਣ ਫਾਰੂਕੀ ਸਾਹਿਬ ਆਪਾਂ ਥੋੜ੍ਹਾ ਇਸ ਦੇ ਬਾਰੇ ਵੀ ਧਿਆਨ ਦਈਏ ਕਿ ਇੱਕ ਅੱਛਾ ਇਨਸਾਨ ਤੇ ਇੱਕ ਬੁਰਾ ਇਨਸਾਨ, ਇੱਕ ਅੱਛਾਈ ਤੇ ਬੁਰਾਈ, ਇਹਨਾਂ ਦੀ ਕੀ ਕਰੈਕਟਰਿਸਟਿਕਸ ਹੁੰਦੀਆਂ ਨੇ। ਤੇ ਅੱਛਾਈ ਜਿਹੜੇ ਹੁੰਦੇ ਹਨ, ਜਿਹੜੇ ਅੱਛੇ ਲੋਕ ਹੁੰਦੇ ਹਨ, ਅੱਛਾਈ ਦੀ ਇਹ ਹੈ ਕਿ ਉਹ ਮੁਹੱਬਤ ਕਰਦੇ ਹਨ, ਪਿਆਰ ਕਰਦੇ ਹਨ, ਉਹਨਾਂ 'ਚ ਤਕਵਾ ਹੁੰਦਾ ਹੈ, ਉਹਨਾਂ 'ਚ ਫੇਥ ਹੁੰਦਾ ਹੈ, ਬਿਲੀਫ ਹੁੰਦੀ ਹੈ, ਉਹਨਾਂ 'ਚ ਇਮਾਨਦਾਰੀ ਹੁੰਦੀ ਹੈ, ਉਹਨਾਂ 'ਚ ਡਿਸਿਪਲਿਨ ਹੁੰਦਾ ਹੈ, ਉਹਨਾਂ ਦੇ ਅੰਦਰ ਜੋ ਹੈ ਸਬਰ ਹੁੰਦਾ ਹੈ, ਉਹਨਾਂ ਦੇ ਅੰਦਰ ਜੋ ਹੈ ਦੂਜਿਆਂ ਦੇ ਪ੍ਰਤੀ ਮੁਹੱਬਤ ਹੁੰਦੀ ਹੈ, ਚੈਰਿਟੀ ਹੁੰਦੀ ਹੈ, ਦੂਜਿਆਂ ਦੇ ਉੱਪਰ ਖਰਚ ਕਰਨ ਦੀ ਹੁੰਦੀ ਹੈ। ਲੇਕਿਨ ਜਿਹੜਾ ਬੁਰਾ ਇਨਸਾਨ ਹੁੰਦਾ ਹੈ, ਜਿਹੜੀ ਬੁਰਾਈ ਹੈ, ਉਹ 'ਚ ਗਰੂਰ ਹੈ, ਤਕੱਬਰ ਹੈ, ਦੂਜਿਆਂ ਦੇ ਲਈ ਨਫ਼ਰਤ ਹੈ, ਲੜਾਈ ਝਗੜਾ ਹੈ, ਇੰਤਸ਼ਾਰ ਪੈਦਾ ਕਰਨਾ ਹੈ, ਦੂਜਿਆਂ ਨੂੰ ਆਪਸ 'ਚ ਲੜਾਉਣਾ ਹੈ, ਦੂਜਿਆਂ ਨੂੰ ਦੀਆਂ ਕਮੀਆਂ ਨੂੰ ਲੱਭਣਾ ਹੈ ਅਤੇ ਉਹਨਾਂ ਨੂੰ ਬਲੈਕਮੇਲ ਕਰਨਾ ਹੈ। ਅਤੇ ਇਹ ਬੁਰੇ ਇਨਸਾਨਾਂ ਦੀ ਜੋ ਹੈ ਹਨ। ਔਰ ਇਹ ਜੋ ਹੈ ਤੁਸੀਂ ਪਿੱਛੇ ਮੈਂ ਦੇਖਿਆ ਕਿ ਇਹ ਮਸਲਨ ਜਿਹੜਾ ਕਨਸੈਪਟ ਚੱਲ ਰਿਹਾ ਹੈ ਅੱਛਾਈ ਤੇ ਬੁਰਾਈ ਦਾ ਜੀ, ਸ਼ੈਤਾਨ ਉੱਥੋਂ ਇਨਸਾਨ ਦੇ ਬਣਨ ਤੋਂ ਲੈ ਕੇ ਚੱਲਿਆ ਔਰ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੀ ਬੁਰਾਈ ਦਾ ਹੈ ਕਿ ਮੈਂ ਇਸ ਦੇ ਬਾਰੇ ਸਟੱਡੀ ਕਰ ਰਿਹਾ ਸੀ, ਮੈਂ ਦੇਖਿਆ ਕਿ 1776 ਦੇ ਵਿੱਚ ਆਪਣਾ ਜਰਮਨ ਦੇ ਵਿੱਚ ਜੀ ਜੋ ਉੱਥੇ ਜੌਨ ਐਡਮ ਫਿਲਾਸਫਰ ਸੀ ਔਰ ਉਹਨਾਂ ਨੇ ਇੱਕ ਗਰੁੱਪ ਤਿਆਰ ਕੀਤਾ ਔਰ ਉਹ ਗਰੁੱਪ ਆਪਣੇ ਸਟੂਡੈਂਟਸ ਦਾ 5 ਸਟੂਡੈਂਟਸ ਦਾ ਗਰੁੱਪ ਤਿਆਰ ਕਰਕੇ ਇੱਕ ਉਸ ਨਵੀਂ ਸੁਸਾਇਟੀ ਬਣਾਈ ਜਿਸ ਦਾ ਨਾਮ ਰੱਖਿਆ ਦ ਆਰਡਰ ਆਫ ਇਮਿਊਨਿਟੀ। ਇਮਿਊਨਿਟੀ ਉਸ ਨਾਲ ਕੀ ਹੈ ਕਿ ਉਹ ਜਿਹੜਾ ਮਸਲਨ ਸੁਸਾਇਟੀ ਬਣਾਈ ਉਸ ਦੇ ਵਿੱਚ ਇਹ ਕਿਹਾ ਕਿ ਆਪਾਂ ਨੇ ਇਸ ਦੇ ਵਿੱਚ ਸੀਕਰਟ ਰੱਖਣਾ ਹੈ। ਆਪਾਂ ਨੇ ਇਮਿਊਨਿਟੀ ਦਾ ਮਤਲਬ ਇਨਲਾਈਟਮੈਂਟ, ਰੋਸ਼ਨੀ, ਕਿ ਆਪਾਂ ਨੇ ਦੁਨੀਆ ਵਿੱਚ ਰੋਸ਼ਨੀ, ਕਿਉਂਕਿ ਪੁਰਾਣੇ ਜ਼ਮਾਨੇ 'ਚ ਕੀ ਥਾ ਕਿ ਮਜ਼ਹਬ ਦੇ ਤੁਸੀਂ ਸੁਕਰਾਤ ਨੂੰ ਦੇਖ ਲਓ, ਅਰਿਸਟੋਟਲ ਨੂੰ ਦੇਖ ਲਓ, ਪਲੇਟੋ ਨੂੰ ਦੇਖ ਲਓ ਕਿ ਉਸ ਟਾਈਮ ਅਗਰ ਕੋਈ ਖੁਦਾ ਦੇ ਖਿਲਾਫ ਗੱਲਬਾਤ ਕਰਦਾ ਸੀ ਤਾਂ ਉਸ ਨੂੰ ਜ਼ਹਿਰ ਦਾ ਪਿਆਲਾ ਸੁਕਰਾਤ ਨੂੰ ਪਿਲਾਇਆ ਗਿਆ। ਹਰ ਚੀਜ਼ ਜੋ ਹੈ ਉਹ ਇਹ ਕਿਹਾ ਜਾਂਦਾ ਥਾ ਕਿ ਅਗਰ ਇਨਸਾਨ ਅੱਛੇ ਕੰਮ ਕਰਦਾ ਹੈ ਤਾਂ ਖੁਦਾ ਵੱਲੋਂ ਕਰਾਏ ਜਾਂਦੇ ਹਨ, ਅਗਰ ਬੁਰੇ ਕੰਮ ਕਰਦਾ ਹੈ ਤਾਂ ਸ਼ੈਤਾਨ ਕੰਮ ਉਸ ਤੋਂ ਕਰਵਾਉਂਦਾ ਹੈ। ਤਾਂ ਇਹ ਚੀਜ਼ ਤਾਂ ਜਿਵੇਂ ਸੁਕਰਾਤ ਜੋ ਸੀ ਉਹ ਆਪਣੇ ਲੋਕਾਂ ਨੂੰ ਪੁੱਛਦਾ ਸੀ ਕਿ ਗੋਡ ਕੌਣ ਹੈ, ਤੁਹਾਨੇ ਗੋਡ ਨਾਲ ਗੱਲਬਾਤ ਕੀਤੀ, ਗੋਡ ਨੂੰ ਮਿਲੇ, ਤਾਂ ਇਸ ਤਰੀਕੇ ਨਾਲ ਉਹ ਗੋਡ ਦੇ ਉੱਤੇ ਕੁਐਸਚਨਸ ਲੋਕਾਂ ਤੋਂ ਪੁੱਛਦਾ ਸੀ। ਤਾਂ ਉਸ ਚੀਜ਼ ਨੂੰ ਉਸਨੂੰ ਜ਼ਹਿਰ ਦਾ ਪਿਆਲਾ ਪੀਣਾ ਕੇ ਪਿਆ ਕਿਉਂਕਿ ਇਹ ਜਿਹੜੇ ਮਜ਼ਹਬ ਸੀ ਬਹੁਤ ਹਾਵੀ ਸੀ, ਯਾਨੀ ਕਿ ਪੋਲੀਟਿਕਸ ਦੇ ਉੱਤੇ ਵੀ, ਬਾਦਸ਼ਾਹਾਂ ਦੇ ਉੱਤੇ ਵੀ, ਸਭ ਦੇ ਉੱਤੇ, ਔਰ ਜ਼ਿਆਦਾ ਜੋ ਸੀ ਉਸ ਚੀਜ਼ ਨੂੰ ਮੰਨਿਆ ਜਾਂਦਾ ਸੀ। ਤਾਂ ਇਸ ਚੀਜ਼ ਨੂੰ ਖਤਮ ਕਰਨ ਦੀ ਖਾਤਰ ਕਿ ਦੁਨੀਆ ਦੇ ਵਿੱਚ ਇਨਲਾਈਟਮੈਂਟ ਪੈਦਾ ਕਰਨ ਦੀ ਖਾਤਰ ਇਹ ਐਡਮ ਨੇ ਜਿਹੜਾ ਕਿ ਜਰਮਨ ਦੇ ਵਿੱਚ ਹੋਏ ਸੀ ਔਰ ਉਹਨਾਂ ਨੇ ਇਹ ਚੀਜ਼ ਨੂੰ ਆਪਣੇ ਬੜਾ ਕੀਤਾ, ਜੋ ਕਿ ਅੱਜ ਅਮਰੀਕਾ ਦੇ ਵਿੱਚ ਲੂਸੀਫਰ ਦੀ ਬਾਕਾਇਦਾ ਇੱਕ ਚਰਚ ਹੈ ਜਿੱਥੇ ਇਬਾਦਤ ਕੀਤੀ ਜਾਂਦੀ ਹੈ, ਜਿੱਥੇ ਪੂਜਾ ਕੀਤੀ ਜਾਂਦੀ ਹੈ, ਸ਼ੈਤਾਨ ਦੀ ਪੂਜਾ ਕੀਤੀ ਜਾਂਦੀ ਹੈ। ਉੱਥੇ ਬਾਕਾਇਦਾ ਸਪੈਸ਼ਲ ਲੂਸੀਫਰ ਦਾ ਜੋ ਹੈ ਬੁੱਤ ਲੱਗਿਆ ਹੋਇਆ ਜਿਸ ਦੇ ਉੱਤੇ ਉਸਦੀ ਉਹ ਮੰਨਿਆ ਜਾਂਦਾ ਹੈ ਉਸ ਨੂੰ। ਔਰ ਜਿਹੜੀ ਇਲੂਮੀਨੇਟੀ ਸੁਸਾਇਟੀ ਹੈ ਇਹ ਇੰਨੀ ਟੌਪ ਸੀਕਰਟ ਹੈ ਔਰ ਇਹ ਇਸ ਦੇ ਬਾਰੇ ਇਹ ਕਿ ਇਹ ਮਿਸਟਰੀ ਹੈ ਜਾਂ ਇਹ ਹਕੀਕਤ ਹੈ, ਇਹ ਬਹਿਰਾਲ ਇਹ ਬਹੁਤ ਜ਼ਿਆਦਾ ਤੁਸੀਂ ਇੰਟਰਨੈਟ 'ਤੇ ਸਰਚ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਪੂਰੀ ਦੁਨੀਆ ਦਾ ਜੋ ਹੈ ਇਹ ਚਾਹੁੰਦੇ ਹਨ ਵਨ ਵਰਲਡ ਆਰਡਰ, ਕਿ ਇੱਕ ਹੀ ਜੋ ਹੈ ਕੋਈ ਗਰੁੱਪ, ਕੋਈ ਇਨਸਾਨ ਜੋ ਹੈ ਪੂਰੀ ਦੁਨੀਆ ਨੂੰ ਚਲਾਵੇ। ਇਹ ਜੋ ਹੈ ਕਨਸੈਪਟ ਚੱਲਦਾ ਆ ਰਿਹਾ ਹੈ, ਇਸ ਪੂਰੀ ਦੁਨੀਆ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ, ਪੂਰੀ ਕੋਸ਼ਿਸ਼। ਉਹ ਜਿਵੇਂ ਇਸਲਾਮ ਵੀ ਇਹ ਗੱਲ ਕਹਿੰਦਾ ਹੈ ਕਿ ਇੱਕ ਦਜਾਲ ਆਏਗਾ ਔਰ ਉਹ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੇਗਾ ਔਰ ਉਹ ਜੋ ਹੈ ਟੋਟਲੀ ਡਿਜੀਟਲ ਹੋਏਗਾ, ਇਲੈਕਟ੍ਰੋਨਿਕ ਹੋਏਗਾ, ਬੰਦਿਆਂ ਨੂੰ ਜਿਉਂਦਾ ਕਰੇਗਾ, ਮਾਰੇਗਾ। ਤਾਂ ਇਹ ਸਾਰਾ ਸਿਸਟਮ ਜੋ ਹੈ ਇਹ ਉਹ ਚੱਲਦਾ ਆ ਰਿਹਾ ਹੈ। 1776 1 ਮਈ 1776 ਤੋਂ ਜੋ ਹੈ ਇਹ ਮਸਲਨ ਨਵੀਂ ਸੁਸਾਇਟੀ ਬਣਾਏਗੀ ਜਿਹੜੀ ਕਿ ਅੱਜ ਵੀ
ਜੋ ਹੈ ਵਜੂਦ ਦੇ ਵਿੱਚ ਹੈ ਔਰ ਸ਼ੈਤਾਨ ਦੀ ਪੂਜਾ ਕਰ ਰਹੇ ਨੇ ਔਰ ਉਹ ਖੁਦਾ ਨੂੰ ਨਹੀਂ ਮੰਨਦੇ ਨਾ ਹੀ ਜੋ ਹੈ ਨਾ ਹਜ਼ਰਤ ਈਸਾ ਜੀ ਜੈਸਸ ਨੂੰ ਮੰਨਦੇ ਹਨ। ਇਹ ਇਸ ਕਰਕੇ ਇਹ ਮਸਲਨ ਬੁਰਾਈ ਦਾ ਇੱਕ ਪੈਰਲਲ ਜੋ ਹੈ ਹਕੂਮਤ ਚੱਲ ਰਹੀ ਹੈ। ਤੇ ਫਿਰ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਆਪਾਂ ਟੌਪਿਕ ਸ਼ੁਰੂ ਕੀਤਾ ਸੀ, ਬਿਲਕੁਲ ਤੁਸੀਂ ਬੇਸਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਬੁਰਾਈ ਦਾ ਜਨਮ ਕਿਸ ਤਰੀਕੇ ਨਾਲ ਹੋਇਆ ਔਰ ਕਿਸ ਤਰੀਕੇ ਨਾਲ ਇਸ ਵੇਲੇ ਚੱਲ ਰਹੀ ਹੈ। ਤੇ ਫਿਰ ਜਦੋਂ ਇਨਸਾਨ ਇੱਕ ਚੰਗਾ ਭਲਾ ਇਨਸਾਨ ਹੁੰਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿ ਯਾਰ ਬੜਾ ਨਫੀਸ ਹੈ, ਬੜਾ ਇਮਾਨਦਾਰ ਹੈ, ਬੜਾ ਮਿਹਨਤੀ ਹੈ, ਲੇਕਿਨ ਅਗਲੇ ਦਿਨ ਖਬਰ ਲੱਗਦੀ ਹੈ ਅਖਬਾਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵਿੱਚ ਘਰ ਖੜਾ ਹੁੰਦਾ, ਪਤਾ ਹੁੰਦਾ ਜੀ ਕਿ ਇਹਨੇ 10 ਸਾਲ ਦੀ ਬੱਚੀ ਦਾ ਰੇਪ ਕਰਤਾ। ਫਿਰ ਉਹ ਮਨੁੱਖ ਕਿਹੋ ਜਿਹਾ ਹੁੰਦਾ, ਉਹ ਕਿੱਥੋਂ ਪਣਪਦਾ ਜੀ, ਉਹ ਚੀਜ਼ ਕਿੱਥੋਂ ਆਉਂਦੀ ਹੈ? ਹੁਣ ਇਸ ਦੇ ਬਾਰੇ 1971 ਦੇ ਵਿੱਚ USA ਦੇ ਇੱਕ ਸਾਈਕੋਲੋਜਿਸਟ ਹੋਏ ਨੇ ਜਿਸ ਦਾ ਨਾਮ ਥਾ ਫਿਲਿਪਸ ਜ਼ਿੰਬਾਰਡੋ। ਉਸਨੇ ਇੱਕ ਐਕਸਪੈਰੀਮੈਂਟ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਸਟੈਨਫੋਰਡ ਪ੍ਰਿਜ਼ਨ ਐਕਸਪੈਰੀਮੈਂਟ। ਔਰ ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਹੈ ਵਰਲਡ ਦੀ ਟੌਪ ਮੋਸਟ ਯੂਨੀਵਰਸਿਟੀ ਹੈ USA ਦੇ ਵਿੱਚ, ਔਰ ਉੱਥੇ ਉਹਨਾਂ ਦੇ ਸਾਈਕੋਲੋਜੀ ਡਿਪਾਰਟਮੈਂਟ ਦੀ ਬੇਸਮੈਂਟ ਦੇ ਵਿੱਚ ਉਹਨਾਂ ਨੇ ਇਹ ਸਟੈਨਫੋਰਡ ਪ੍ਰਿਜ਼ਨ ਐਕਸਪੈਰੀਮੈਂਟ ਕੀਤਾ। ਔਰ ਇਸੇ ਚੀਜ਼ ਨੂੰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਇਨਸਾਨ ਨਾਰਮਲ ਕੰਮ ਕਰਦਾ ਬੁਰੇ ਕੰਮ ਕਿਉਂ ਕਰਨ ਲੱਗ ਪੈਂਦਾ ਹੈ, ਇਸ ਦਾ ਇਹ ਕਿਉਂ ਹੁੰਦਾ ਹੈ, ਤਾਂ ਉਸਨੇ ਐਕਸਪੈਰੀਮੈਂਟ ਦੇ ਵਿੱਚ ਤੁਹਾਨੂੰ ਮੈਂ ਥੋੜ੍ਹਾ ਇਸ ਦੇ ਬਾਰੇ ਡਿਟੇਲ ਦੱਸ ਦਵਾਂ ਐਕਸਪੈਰੀਮੈਂਟ ਦੀ। ਬੜਾ ਅੱਛਾ ਹੈ ਐਕਸਪੈਰੀਮੈਂਟ ਕਿ ਉਸਨੇ ਇੱਕ ਐਡਵਰਟਾਈਜ਼ਮੈਂਟ ਕੀਤੀ। ਐਡਵਰਟਾਈਜ਼ਮੈਂਟ ਕਰਨ ਤੋਂ ਬਾਅਦ ਕਿ ਜੋ ਇਸ ਮੇਰੇ ਪ੍ਰੋਜੈਕਟ ਦੇ ਵਿੱਚ ਕੰਮ ਕਰੇਗਾ ਉਸ ਨੂੰ ਬਾਕਾਇਦਾ ਮੈਂ ਆਵਰ ਦੇ ਮੁਤਾਬਕ ਉਸ ਨੂੰ ਪੈਸੇ ਦੇਵਾਂਗਾ। ਔਰ ਉਸ ਦੇ ਵਿੱਚ ਉਸਨੇ 12 ਪ੍ਰਿਜ਼ਨਰਸ ਵਾਸਤੇ ਐਪਲੀਕੇਸ਼ਨਸ ਭਰਵਾਈਆਂ, 12 ਗਾਰਡਸ ਵਾਸਤੇ 12 ਗਾਰਡਸ ਵਾਸਤੇ ਐਪਲੀਕੇਸ਼ਨਸ ਭਰਵਾਈਆਂ। ਔਰ ਭਰਾਉਣ ਤੋਂ ਬਾਅਦ ਬਾਕਾਇਦਾ ਜੋ ਸਾਈਕੋਲੋਜੀ ਡਿਪਾਰਟਮੈਂਟ ਦਾ ਬੇਸਮੈਂਟ ਸੀ ਉੱਥੇ, ਕਿਉਂਕਿ ਛੁੱਟੀਆਂ ਦੇ ਵਿੱਚ ਉਸਨੇ ਐਕਸਪੈਰੀਮੈਂਟ ਕੀਤਾ ਔਰ ਉਸ ਜਗ੍ਹਾ 'ਤੇ ਉਸਨੇ ਇੱਕ ਪੁਲਿਸ ਤਿਆਰ ਕਰਕੇ ਬਾਕਾਇਦਾ ਉਹਨਾਂ ਪ੍ਰਿਜ਼ਨਰਸ ਨੂੰ ਜੋ ਹੈ ਉਹਨਾਂ ਦੇ ਕੱਪੜਾ ਬੰਨ੍ਹ ਕੇ ਉਹਨਾਂ ਨੂੰ ਪਕੜ ਕੇ ਲਿਆ ਕੇ ਉਸ ਬੇਸਮੈਂਟ ਦੇ ਵਿੱਚ ਰੱਖਿਆ ਗਿਆ ਔਰ ਬਾਕਾਇਦਾ ਉਸ ਜੇਲ੍ਹ ਦੇ ਵਿੱਚ ਤੇ ਜਿਹੜੇ ਗਾਰਡਸ ਬਣਾਏ ਗਏ ਉਹ ਗਾਰਡਸ ਨੂੰ ਬਾਕਾਇਦਾ ਗਾਰਡਸ ਵਾਲੀ ਵਰਦੀ ਦਿੱਤੀ ਗਈ, ਉਸੇ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਬਣਾਈ ਗਈ, ਜੇਲ੍ਹ ਵਾਲਾ ਵਾਤਾਵਰਨ ਤਿਆਰ ਕਰਤਾ ਔਰ ਖੁਦ ਉਹ ਵਾਰਡਨ ਬਣ ਗਏ ਫਿਲਿਪਸ ਜ਼ਿੰਬਾਰਡੋ। ਤਾਂ ਉਸ ਤੋਂ ਬਾਅਦ ਪਹਿਲੇ ਦਿਨ ਉਸਨੇ ਜੋ ਜ਼ਿੰਬਾਰਡੋ ਖੁਦ ਆਪਣੇ ਬੁੱਕ ਦੇ ਵਿੱਚ ਲਿਖਦੇ ਹਨ ਤਾਂ ਸ਼ੈਤਾਨੀ ਬੁੱਕ ਉਹਦਾ ਨਾਮ ਹੈ, ਉਹਨਾਂ ਨੇ ਇੱਕ ਕਨਸੈਪਟ ਦਿੱਤਾ ਲੂਸੀਫਰ ਇਫੈਕਟ। ਇਹ ਜੋ ਸਾਈਕੋਲੋਜੀ 'ਚ ਬੜਾ ਮਸ਼ਹੂਰ ਹੈ ਲੂਸੀਫਰ ਇਫੈਕਟ, ਸ਼ੈਤਾਨੀ ਇਫੈਕਟ ਜਿਹਨੂੰ ਪੰਜਾਬੀ 'ਚ ਕਹੀਏ। ਤਾਂ ਇਸ ਦੇ ਉੱਤੇ ਬਾਕਾਇਦਾ ਬੁੱਕ ਉਹਨਾਂ ਦੀ ਬਹੁਤ ਪਪੂਲਰ ਬੁੱਕ ਹੋਈ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਪਹਿਲੇ ਦਿਨ ਉਹਨਾਂ ਨੇ ਦੇਖਿਆ ਕਿ ਕੋਈ ਜੋ ਹੈ ਅਸਰ ਨਹੀਂ ਹੋਇਆ ਜਿਹੜੇ ਗਾਰਡਸ ਸਨ ਤੇ ਪ੍ਰਿਜ਼ਨਰ ਸਨ। ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਉਹ ਇੱਕ ਪਲੇ ਕਰ ਰਹੇ ਨੇ, ਸਾਨੂੰ ਪਲੇ ਵਾਸਤੇ ਪੇਮੈਂਟ ਮਿਲ ਰਹੀ ਹੈ, ਅਸੀਂ ਪਲੇ ਕਰ ਰਹੇ ਹਾਂ, ਅਸੀਂ ਪ੍ਰਿਜ਼ਨਰ ਦਾ ਰੋਲ ਕਰ ਰਹੇ ਹਾਂ, ਇਹ ਗਾਰਡਸ ਦਾ ਰੋਲ ਅਦਾ ਕਰ ਰਹੇ ਨੇ। ਲੇਕਿਨ 24 ਘੰਟੇ ਬਾਅਦ ਜਦੋਂ ਫਿਲਿਪਸ ਜ਼ਿੰਬਾਰਡੋ ਗਿਆ ਉਸਨੇ ਜਾ ਕੇ ਦੇਖਿਆ ਕਿ ਮਾਹੌਲ ਦੇ ਵਿੱਚ ਸੀਰੀਅਸਨੈਸ ਹੈ। ਉਹ ਸੀਰੀਅਸਨੈਸ ਕਿਵੇਂ 24 ਘੰਟੇ ਬਾਅਦ ਦੇਖਿਆ ਕਿ ਪ੍ਰਿਜ਼ਨਰਸ ਨੂੰ ਇਹ ਲੱਗਿਆ ਕਿ ਇਹ ਐਡਰੈਸ ਇਹਨਾਂ ਦੀ ਬਹੁਤ ਵਧੀਆ ਪਾਈ ਹੈ ਔਰ ਸਾਡੇ ਨਾਂ ਵੀ ਖਤਮ ਕਰਕੇ ਸਾਨੂੰ ਬਾਕਾਇਦਾ ਨੰਬਰ ਦੇ ਦਿੱਤੇ ਗਏ, ਜਿਵੇਂ 8612 8515 4601। ਇਸ ਤਰੀਕੇ ਨਾਲ ਉਹ ਪ੍ਰਿਜ਼ਨਰਸ ਦੇ ਨਾਮ ਨੂੰ ਖਤਮ ਕਰਕੇ ਬਾਕਾਇਦਾ ਉਸਦੇ ਨੰਬਰ ਦੇ ਦਿੱਤੇ ਗਏ। ਲੇਕਿਨ ਇਹਨਾਂ ਦੇ ਜਿਹੜੇ ਹੈ ਕਾਲੇ ਚਸ਼ਮੇ ਲੱਗੇ ਨੇ ਔਰ ਉਹ ਸਾਰੀ ਐਡਰੈਸ ਇਹਨਾਂ ਦੇ ਹੱਥ ਦੇ ਵਿੱਚ ਜੋ ਹੈ ਛੜੀ ਹੈ, ਅਸੀਂ ਜੋ ਹੈ ਉਹ ਪ੍ਰਿਜ਼ਨ ਵਾਲਾ ਹੈ, ਇਹ ਦੋਨੋਂ ਸਾਡੇ ਫਰਕ ਹੈ, ਸੇਮ ਜੋ ਐਜੂਕੇਸ਼ਨ ਹੈ ਸਾਡੀ ਔਰ ਇਹਨਾਂ ਨੂੰ ਇਹ ਰੁਤਬਾ ਮਿਲਿਆ ਹੈ। ਤਾਂ ਜਿਸ ਟਾਈਮ ਉਹ ਐਂਟਰ ਹੋਣ ਲੱਗੇ ਉਹਨਾਂ ਨਾਲ ਸ਼ਰਾਰਤ ਕੀਤੀ ਗਾਰਡਸ ਨਾਲ ਜਦੋਂ ਐਂਟਰ ਹੋਣ ਲੱਗੇ ਔਰ ਉਸ ਨਾਲ ਜਿਹੜੇ ਗਾਰਡਸ ਸੀ ਉਹਨਾਂ ਨੇ ਉਹਨਾਂ ਨੂੰ ਅਬਿਊਜ਼ ਕੀਤਾ। ਅਬਿਊਜ਼ ਕਰਨ ਨਾਲ ਇਹ ਹੋਇਆ ਕਿ 36 ਘੰਟੇ ਬਾਅਦ ਮਾਹੌਲ ਇੰਨਾ ਸੀਰੀਅਸ ਹੋ ਗਿਆ, ਇੰਨਾ ਜ਼ਿਆਦਾ ਸੀਰੀਅਸ ਹੋ ਗਿਆ ਕਿ ਉਹਨਾਂ ਨੇ ਕ੍ਰਾਈ ਕਰਨ ਲੱਗੇ, ਚੀਕਾਂ ਮਾਰਨ ਲੱਗੇ ਔਰ ਉਸ ਤੋਂ ਇਲਾਵਾ ਉਸ ਨੂੰ ਗਾਲੀਆਂ ਨਿਕਾਲਣ ਲੱਗੇ ਗਾਰਡਸ ਨੂੰ। ਔਰ ਗਾਰਡਸ ਨੇ ਉਹਨਾਂ ਨੂੰ ਨੇਗਡ ਕਰਕੇ ਜੋ ਹੈ ਉਹਨਾਂ ਦੇ ਤਸ਼ੱਦਦ ਕਰਨਾ ਸ਼ੁਰੂ ਕਰਤਾ। ਈਵਨ ਉਹਨਾਂ ਨੂੰ ਇੱਥੇ ਤੱਕ ਇਹ ਕੀਤਾ ਕਿ ਉਹਨਾਂ ਨੂੰ ਟਾਇਲਟ ਜਾਣਾ ਬੰਦ ਕਰਤਾ, ਉਹਨਾਂ ਨੂੰ ਇੱਕ ਬੱਕਟ ਦੇ ਦਿੱਤੀ ਔਰ ਇਹ ਕਿਹਾ ਕਿ ਤੁਹਾਨੂੰ ਬੱਕਟ ਦੇ ਵਿੱਚ ਹੀ ਪਿਸ਼ਾਬ ਤੇ ਪਖਾਨਾ ਕਰਨਾ ਹੈ। ਔਰ ਈਵਨ ਜਦੋਂ ਭਰ ਗਈ ਉਹਨਾਂ ਨੂੰ ਇਹ ਗੱਲ ਕਹੀ ਕਿ ਇਸ ਨੂੰ ਤੁਹਾਨੂੰ ਗਿਰਾਣਾ ਨਹੀਂ ਹੈ, ਇਹਦੇ ਵਿੱਚ ਹੀ ਕਰੋ। ਔਰ ਉਸਦੇ ਉਹਨਾਂ ਨੂੰ ਬਾਕਾਇਦਾ ਜਦੋਂ ਤੀਸਰੇ ਚੌਥੇ ਦਿਨ
ਜਦੋਂ ਫਿਲਿਪਸ ਆਪਣਾ ਜ਼ਿੰਬਾਬਵੇ ਗਏ, ਉਹਨਾਂ ਨੇ ਇਹ ਦੇਖਿਆ ਕਿ ਉਸ ਦੇ ਨਾਲ ਇੱਕ ਪੋਪ ਨਾਲ ਗਏ ਤਾਂ ਉਹਨਾਂ ਚੋਂ ਇੱਕ ਪ੍ਰਿਜ਼ਨਰ ਇੰਨਾ ਜ਼ਿਆਦਾ ਸਾਈਕੋਲੋਜੀਕਲੀ ਬ੍ਰੇਕਡਾਊਨ ਹੋ ਗਿਆ ਤਾਂ ਉਸਨੇ ਕਿਹਾ ਕਿ ਤੁਸੀਂ ਮੈਨੇ ਇੱਥੋਂ ਨਿਕਲਣ ਵਾਸਤੇ ਪ੍ਰਿਜ਼ਨ ਚੋਂ, ਜੇਲ੍ਹ ਚੋਂ ਵਕੀਲ ਮੈਂ ਕਿਵੇਂ ਕਰਾਂ। ਤਾਂ ਉਸ ਨੂੰ ਇੱਕਦਮ ਉਹ ਪੋਪ ਵੀ ਔਰ ਉਹ ਸਾਈਕੋਲੋਜਿਸਟ ਵੀ, ਸੋ ਕੁੱਲ ਮਿਲਾ ਕੇ ਕਿਸੇ ਸਿਚੁਏਸ਼ਨ ਦੇ ਜਿਹੜੇ ਹਾਲਾਤ ਨੇ ਉਹ ਬੰਦੇ ਨੂੰ ਇਸ ਕਦਰ ਤੋੜ ਦਿੰਦੇ ਨੇ। ਇਸ ਤਰੀਕੇ ਨਾਲ ਬੰਦਾ ਜੇ ਤੁਸੀਂ ਬੁਰੇ ਹਾਲਾਤ ਹੋ ਜਾਣ ਤਾਂ ਇਨਸਾਨ ਬੁਰੇ ਹਾਲਾਤ ਦੇ ਮੁਤਾਬਕ ਬੁਰਾ ਬਣ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅਗ ਜੈਸਾ ਤੁਸੀਂ ਮਾਹੌਲ ਦਵੋਗੇ। ਸਾਈਕੋਲੋਜੀ ਦੇ ਵੈਟਸਨ ਬਿਹੇਵੀਅਰਿਜ਼ਮ ਦੇ ਫਾਊਂਡਰ ਹੋਏ ਨੇ ਸਕੂਲ ਦੇ, ਉਹਨਾਂ ਨੇ ਗੱਲ ਕਿਹਾ ਥਾ ਕਿ ਸਾਨੂੰ ਤੁਸੀਂ ਕੁਝ ਬੱਚੇ ਦੇਵੋ ਔਰ ਉਹ ਬੱਚਿਆਂ ਨੂੰ ਜਿਸ ਨੂੰ ਕਹੋਗੇ ਡਾਕਟਰ ਬਣਾਉਣਾ ਮੈਂ ਡਾਕਟਰ ਬਣਾ ਦਾਂਗਾ, ਜਿਸ ਨੂੰ ਮੈਂ ਡਾਕੂ ਕਹੋਗੇ ਡਾਕੂ ਬਣਾ ਦਾਂਗਾ, ਜਿਸ ਨੂੰ ਮੈਂ ਵਕੀਲ ਕਹੋਗੇ ਵਕੀਲ ਬਣਾ ਦਾਂਗਾ। ਇਹ ਇਨਵਾਇਰਮੈਂਟ ਦਾ ਮੈਂ ਇਹਨਾਂ 'ਤੇ ਇਤਨਾ ਅਸਰ ਪਾਵਾਂਗਾ। ਤਾਂ ਇਸ ਤਰੀਕੇ ਨਾਲ ਇਨਸਾਨ ਅੱਛੇ ਕੰਮ ਤੋਂ ਜੋ ਹੈ ਬੁਰੇ ਕੰਮ ਕਰਨ ਲੱਗਦਾ ਹੈ ਕਿ ਉਹ ਜਦੋਂ ਉਸਦੇ ਕੋਲ ਪਾਵਰ ਆਉਂਦੀ ਹੈ, ਜਦੋਂ ਉਸਦੇ ਕੋਲ ਕਮਾਂਡ ਆਉਂਦਾ ਹੈ, ਜਦੋਂ ਉਸਦੇ ਕੋਲ ਪੈਸਾ ਆਉਂਦਾ ਹੈ ਤਾਂ ਉਹ ਜੋ ਹੈ ਆਪਣੇ ਦੂਸਰਿਆਂ ਨੂੰ ਹਕੀਰ ਸਮਝਣ ਲੱਗ ਜਾਂਦਾ ਹੈ। ਜਿਵੇਂ ਕਿ ਗਾਰਡ ਜਿਹੜੇ ਸਨ, ਸੇਮ ਉਹਨਾਂ ਦੀ ਕੁਆਲੀਫਿਕੇਸ਼ਨ ਸੀ, ਸਭ ਕੁਝ ਸੇਮ ਥਾ, ਲੇਕਿਨ ਉਹਨਾਂ ਕੋਲ ਪਾਵਰ ਆਉਣ ਨਾਲ ਉਹਨਾਂ 'ਤੇ ਬੁਰੇ ਕੰਮ ਕਰਨ ਲੱਗੇ, ਉਹ ਈਵਲ ਦੀ ਤਰਫ ਚੱਲ ਪੜੇ। ਤਾਂ ਇਹ ਮਸਲਾ ਹੋਇਆ ਜਦੋਂ ਦੇਖਿਆ ਕਿ ਉਸਨੇ ਕਿ ਹਲੇ ਸਿਰਫ ਇਹ ਸਟਾਰਟ ਕੀਤਾ ਸੀ ਉਹਨਾਂ ਨੇ 14 ਅਗਸਤ ਨੂੰ ਔਰ ਇਹ ਚੱਲਣਾ ਸੀ 15-20 ਦਿਨ, ਇਹ ਜਿਹੜਾ ਐਕਸਪੈਰੀਮੈਂਟ ਚੱਲਣਾ ਥਾ, ਲੇਕਿਨ 20 ਅਗਸਤ ਨੂੰ ਇਸ ਨੂੰ ਬੰਦ ਕਰਨਾ ਪਿਆ। ਔਰ ਜਦੋਂ ਹਾਲਾਤ ਬਹੁਤ ਜ਼ਿਆਦਾ ਸੀਰੀਅਸ ਹੋ ਗਏ, ਜੋ ਉਸ ਦੇ ਨਾਲ ਹੋਰ ਪ੍ਰੋਫੈਸਰਸ ਲੱਗੇ ਹੋਏ ਸੀ, ਉਹ ਪ੍ਰੋਫੈਸਰਸ ਨੂੰ ਵੀ ਲੱਗਿਆ ਕਿ ਉਹ ਵੀ ਉਸ ਐਕਸਪੈਰੀਮੈਂਟ ਨੂੰ ਛੱਡਣ ਲਈ ਕਹਿਣ ਲੱਗੇ। ਲੇਕਿਨ ਜਿਹੜੇ ਸੀ ਜ਼ਿੰਬਾਬਵੇ, ਉਹ ਕਹਿੰਦਾ ਮੈਂ ਇਸ ਨੂੰ ਐਕਸਪੈਰੀਮੈਂਟ ਨੂੰ ਪੂਰਾ ਕਰਾਂਗਾ, ਹੋਰ ਲੰਬਾ ਚਲਾਵਾਂਗਾ। ਲੇਕਿਨ ਆਖਰ ਉਸ ਨੂੰ ਆਪਣੀ ਪ੍ਰੇਮਿਕਾ ਦੇ ਅੱਗੇ ਝੁਕਣਾ ਪਿਆ। ਜਦੋਂ ਉਹ ਬੇਸਮੈਂਟ 'ਚ ਆ ਕੇ ਉਸਨੇ ਦੇਖਿਆ ਕਿ ਉੱਥੇ ਦੇ ਹਾਲਾਤ ਨੂੰ ਕਿ ਸੇਮ ਜੋ ਹੈ ਜੇਲ੍ਹ ਵਾਲਾ ਮਾਹੌਲ ਬਣ ਚੁੱਕਿਆ ਹੈ, ਤਾਂ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਆਪਣੇ ਰਿਲੇਸ਼ਨਸ ਬ੍ਰੇਕ ਕਰ ਲਾਂਗੀ ਅਗਰ ਤੁਹਾਨੂੰ ਇਸ ਨੂੰ ਬੰਦ ਨਾ ਕੀਤਾ। ਜਿਸ ਕਰਕੇ ਜ਼ਿੰਬਾਬਵੇ ਨੂੰ ਉਹ 20 ਅਗਸਤ 1971 ਨੂੰ ਬੰਦ ਕਰਨਾ ਪਿਆ। ਤਾਂ ਉਸ ਤੋਂ ਲੇਕਿਨ ਉਸਨੇ ਇਹ ਜ਼ਰੂਰ ਗੱਲ ਕਹੀ, ਉਸਨੇ ਇਹ ਰਿਜ਼ਲਟਸ ਕੱਢੇ ਇਸ ਐਕਸਪੈਰੀਮੈਂਟ ਤੋਂ ਕਿ ਇਨਸਾਨ ਜੋ ਹੈ ਕਿ ਅੱਛੇ ਕੰਮ ਕਰਦਾ ਨਾਰਮਲ ਕੰਮ ਕਰਦਾ ਜੋ ਹੈ ਬੁਰੇ ਕੰਮਾਂ ਦੀ ਤਰਫ ਚਲਾ ਜਾਂਦਾ ਹੈ। ਤੁਸੀਂ ਇਹ ਵੀ ਦੇਖੋ ਕਿ ਰਾਵਣ ਕਿਤਨੇ ਮਸलन विद्वान थे, किन्ने शक्तिशाली थे, लेकिन जो है वो भी जो है अच्छे कम तो बाद जिमें मसलन शैतान जो सी लूसीफर इसे तरीके ਨਾਲ ਜੋ ਹੈ ਇਹ ਬੁਰੇ ਕੰਮਾਂ ਕਰਨੀ ਚਲੇ ਗਏ। ਫਿਰ ਤੁਸੀਂ ਇੱਕ ਕਾਰਨ ਦੱਸਿਆ ਕਿ ਮਾਹੌਲ ਇਦਾਂ ਦਾ ਹੋ ਜਾਵੇ ਜਾਂ ਸ਼ਕਤੀਆਂ ਇਦਾਂ ਦੀਆਂ ਤੁਹਾਡੇ ਕੋਲ ਪਾਵਰਸ ਇਦਾਂ ਦੀ ਆ ਜਾਣ ਤਾਂ ਤੁਸੀਂ ਲੂਸੀਫਰ ਦੇ ਰਸਤੇ ਤੇ ਚੱਲ ਸਕਦੇ ਹੋ, ਸ਼ੈਤਾਨੀ ਰਸਤੇ ਤੇ ਚੱਲ ਸਕਦੇ ਹੋ। ਤੇ ਫਿਰ ਉਹਦੇ ਕਾਰਨ ਕੀ ਲੱਭਿਆ? ਲੂਸੀਫਰ ਇਫੈਕਟ ਉਹਨੇ ਦਿੱਤਾ, ਲੇਕਿਨ ਉਹਦੇ ਪਿੱਛੇ ਕਾਰਨ ਕੀ ਲੱਭਿਆ ਜੀ? ਉਹਨਾਂ ਨੇ ਕੁਝ ਕਾਰਨ ਹੈ ਇਹਦਾ ਬਣਦਾ? ਹਾਂ, ਉਹ ਇਹ ਗੱਲ ਉਸਨੇ ਗੱਲ ਕਹੀ ਕਿਉਂਕਿ ਜ਼ਿੰਬਾਬਵੇ ਨੇ ਗੱਲ ਕਹੀ ਕਿ ਇਨਸਾਨ ਨੂੰ ਜਿਹੜਾ ਬਣਾਇਆ ਗਿਆ ਹੈ, इंसान जो बनाया गया है, इंसान मिट्टी तो बनाया गया है और मिट्टी जो है ये बिल्कुल ऐसी मिट्टी तो जिहड़ी कि बिल्कुल बेकार मिट्टी है, जिहड़ी कि एक कह लो कि गंदगी एक तरह का शैतान वाली या घटिया चीज़ है। और लेकिन उसदे विच जिहड़ी रूह फूकी है वो खुदा ने अपनी फूकी है। इस तो ये क्लीयर होंदा है, जिन्होंने कई मजहब ये भी गल कहते हैं कि इंसान दे अंदर खुदा बैठा है। तो मीन कि अगर अच्छे इंसान जिहड़े कम करता है, जो अपने नफ्स जो साडा है उसनूं कंट्रोल करता है, वो इसे करके करता है क्योंकि साडे अंदर खुदा दा साह चलदी है, उसदे हिस्सा है खुदा दा साडे अंदर, गॉड पार्टिकल जिन्हों कह दिंदे आ। तां ये चीज़ लेकिन वो मेन चीज़ है कि शैतान साडे खून दी रगां दे विच चलदा है, खून दे नाल चलदा है, सानू बहकान दी कोशिश करदा है। और लेकिन इसदी कुदरत ने इसनूं पावर नहीं दित्ती कि सानू बिल्कुल साडे इरादे जो है सानू फिजिकली नहीं चेंज कर सकता, साडे वसवसे पैदा कर सकता है, साडे ख्यालात पैदा कर सकता है नैगेटिव करने की खातर। हुण जदों साडे अंदर नैगेटिव ख्यालात पैदा होंदे हन तां जदों उत्थे माहौल गलत मिल जाएगा तो इंसान जो है फिजिकली भी उस रस्ते पे तुर पैंदा है। जी जी जी। ते डॉक्टर साहब साडे अंदर जिहड़े नैगेटिव ख्याल आउण ही ना, असीं उस पासे नूं तुरी ही ना, ते साडी जिंदगी है जिहड़ी जिवें चल रही है उस तरीके नाल असीं चलदी रहे, ते कोई राह साइकोलॉजी ने पाया है नैगेटिव जिहड़े तुसीं कह रहे हो ख्यालात तो बचण वास्ते? हाँ, उस लिए ज़रूरी है देखो कि
ਕੁਝ ਐਸੀ ਇਨਸਾਨ ਦੀ ਜਿਹੜੀ ਸ਼ਖਸੀਅਤ ਹੈ ਇਸ ਦੇ ਲਈ ਜ਼ਰੂਰੀ ਹੈ, ਸਾਡੇ ਉੱਤੇ ਅਕਸ ਬਹੁਤ ਪੈਂਦਾ ਹੈ ਦੂਸਰਿਆਂ ਦਾ। ਅਗਰ ਅਸੀਂ ਅੱਛੀ ਚੀਜ਼ਾਂ ਦੇ ਬਾਰੇ, ਅੱਛੇ ਲੋਕਾਂ ਦੇ ਬਾਰੇ ਸਟੱਡੀ ਕਰਾਂਗੇ, अच्छे सोसाइटी ए मैन इज़ नॉन बाय हिज कंपनी ही कीप्स, कि जैसी सोबत उसी रंगत। जैसे असी माहौल च रहांगे, जैसे सानू परवरिश सानू मिलेगी तां, और जिस तरीके दा असी बुक्स पढ़ांगे, जिस तरीके दा साडे सानू अच्छाई ते बुराई दे बारे दस्सिया जाएगा। एक बच्चा यह है कि उसनू बिल्कुल नहीं दस्सिया जाता कि ये बुरा है, ये अच्छा है। एक बच्चे नू बाकायदा दस्सिया जाता है कि ये गलत रास्ता है, ये अच्छा रास्ता है। लेकिन हुण वो ये चीज़ जरूरी है कि सानू अच्छी किताबां पढ़नी चाहिए ने, अच्छा लिटरेचर सानू जो है अपने रीड करना चाहिए है, अच्छे लोगों च बैठना चाहिए है। और इस तो अलावा मेन ये है कि सानू अपने अंदर एक जिन्हों असी कहते हैं पेशेंस क्रिएट करना चाहिए है, और गरूर तकबर तो बचना चाहिए है। और ये चीज़ां जी पैदा होंदियां ने, ये अगर असी इंसानियत नूं प्यार करांगे तां साडे अंदर चीज़ डिवेलप होएगी। अगर असी इंसानियत दे ही खिलाफ अप चलांगे और सिर्फ अपने ही नफ्स नूं देखांगे तां इंसान बुरे रास्ते से किसी ना किसी स्टेज ते जाके जरूर तब्दील हो जाएगा। जी जी जी। तो फिर बुरी राह तो बचन वास्ते तुसीं रस्ता दस्सिआ, ते ਜਿਹੜੇ ਚੰਗੇ ਕੰਮ ਨੇ ਉਹਨਾਂ, ਜਿਹੜਾ ਚੰਗਾ ਇਨਸਾਨ ਹੈ ਉਹਦੀਆਂ 2-3 ਕੁਆਲਿਟੀਜ਼ ਕੀ ਹੋਣ ਜਿਹੜੀਆਂ ਬੁਰੇ ਦੇ ਵਿੱਚ ਨਾ ਹੋਣ, ਬੁਰਾਈ ਦੇ ਵੱਲ ਨਾ ਉਹਨਾਂ ਨੂੰ ਲੈ ਕੇ ਜਾਣ? बिल्कुल जिमें स्टार्टिंग मैं दसिया कि करैक्टरिस्टिक्स जिहड़ियां हन अच्छे इंसान दियां, कि उन्होंने एक तो उहदे अंदर तकवा होना चाहिए है, ईमान जिन्हों कहने असी, और दूसरा उहदे अंदर जो है परहेजगारी होनी चाहिए है, और फेथ होना चाहिए है, और दूसरियां दे लई इंपैथी, मुहब्बत, हमदर्दी, और दूजियां नूं माफ़ करना, और दूजियां दे उत्ते शफकत पैदा करनी। ये खूबियां ने कि अच्छे इंसान दियां, कि जिहदे नाल हुण अक्सर की हुंदा है कि अगर कोई तुहाडा बुरा कर दिंदा है तो असीं उसनूं डबल हो के उसनूं बुरा पेश करन दी कोशिश करदे, उसनूं बदला लैंदे हां। मीन बदला लैना, अपने अंदर घमंड पैदा करना, ते अपने अंदर जो है दूजियां नूं अपने नालों हकीर समझना, अपने आप नूं अच्छा समझना, अपने आप नूं अच्छा बनाने की खातर दूजियां की बुराई करना, ये बुरे इंसान दियां ने। सानूं ये चीज़ों तो बचना चाहिए है। जी 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 जी। सो बहुत बहुत शुक्रिया जी डॉक्टर साहब, बहुत वधिया गलबात रही, बहुत बेसिक समझाने की कोशिश की है। कुछ लगता जे रहिंदा तो तुसीं कह सकते हो। बहुत बहुत शुक्रिया, थैंक यू। क्योंकि वीडियो जो लंबी हो जाए उस नाल थोड़ा जिहा फिर स्रोते भी, अजकल अज का समा बड़ा डिजिटल समा है, और जिदे करके इंसान जो है फिर बोर होंदा है तो उसनूं जल्दी बंद कर दिंदा है, पूरी नहीं सुन सकता। जी जी, मैनूं लगदा है कि थोड़ी कोई भी गलबात इदां दी नहीं है। पिछलियां जिहड़ियां थोड़ी वीडियोज़ ने वो भी बहुत मकबूल होईयां ने, और असीं उम्मीद है कि ये वीडियो भी बहुत मकबूल होएगी और लोकां नूं बुराई और अच्छाई दे विच फर्क काफ़ी हद तक समझ आएगा। सो ये सन डॉक्टर प्रोफैसर मुहम्मद इरफान, जिन्हां ने अपनी बड़ी ही वड्डी स्टडी तो बाद पंजाबी दे विच तुहानूं समझाउण दी कोशिश कीती है। ज़्यादातर जिहड़े साइकोलॉजिस्ट ने, ज़्यादातर जिहड़ी साइकोलॉजी है वो अंग्रेजी दे बुक्स दे विच अवेलेबल है, पर जिहड़ा मन दा विज्ञान है तुहानूं पंजाबी दे विच असीं समझाउण दी कोशिश कीती है। बड़े सीनियर प्रोफैसर डॉक्टर ने, डॉक्टर मुहम्मद इरफान फारूकी साहब। सो उन्होंने एक गल बड़ी अहम जिहड़ी इस पूरी वीडियो दे विच कही है, उन्होंने कहा कि जदों तक तुसीं सबर संतोख वाले रास्ते दे उत्ते नहीं चलदे, उदों तक किते ना किते जाके असीं बुराई दे नूं जिहड़ा वो बुराई साडे ते भारी पै सकदी है। जदों तक साडे विच मुहब्बत नहीं है, 5-6 जिहड़ियां उन्होंने क्वालिटीज़ ने ਜਿਹੜੀਆਂ ਉਹ ਦਸੀਆਂ ਨੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਕਾਫੀ ਪਸੰਦ ਆਈ ਹੋਏਗੀ। ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਇਸ ਗੱਲਬਾਤ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਆਉਂਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਉਸ ਸਵਾਲ ਨੂੰ ਲੈ ਕੇ ਤੁਹਾਡੇ ਜਿਹੜੇ ਸ਼ੰਕੇ ਨੇ, ਤੁਹਾਡੇ ਸਵਾਲ ਨੇ, ਉਹਨਾਂ ਨੂੰ ਦੂਰ ਕਰ ਸਕੀਏ। ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਹ ਦੱਸਣਾ ਵੀ ਸਾਨੂੰ ਨਾ ਭੁੱਲਿਓ। ਧੰਨਵਾਦ।